ਇੱਥੇ ਨਵਾਂ ਬੁੱਤ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਲਗਾਇਆ ਗਿਆ, ਕਾਂਸੇ ਦਾ ਬੁੱਤ। ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮੁਗਲ ਰਾਜ ਦੇ ਖਿਲਾਫ ਲੜਾਈ ਲੜੀ, ਕਿਸ ਤਰੀਕੇ ਨਾਲ ਉਹਨਾਂ ਨੇ ਕਾਸ਼ਤਕਾਰਾਂ ਨੂੰ ਜ਼ਮੀਨ ਦੇਣ ਵਾਸਤੇ ਇੱਕ ਬੀੜਾ ਚੱਕਿਆ, ਔਰ ਕਿ ਦੂਜੇ ਪਾਸੇ ਅੱਜ ਬੀਜੇਪੀ ਦੀ ਮੋਦੀ ਸਰਕਾਰ ਜਿਹੜੀ ਹੈਗੀ ਉਹ ਅੱਜ 3 ਕਾਲੇ ਕਾਨੂੰਨ ਲੈ ਕੇ ਆ ਕੇ ਅੱਜ ਆਪਣੇ ਛੋਟੇ ਕਿਸਾਨੀ ਦੇ ਕੋਲ ਜੋ ਜ਼ਮੀਨ ਹੈ ਉਹਨਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 1708 ਤੋਂ ਲੈ ਕੇ ਅੱਜ ਤੱਕ ਚੱਲੀ ਆਉਂਦੀ ਸੀ, ਉਸ ਨੂੰ ਦਾ ਘਾਣ ਕਰਨ ਵਾਸਤੇ ਬੀਜੇਪੀ ਦੀ ਮੋਦੀ ਸਰਕਾਰ ਨੇ ਕੰਮ ਕੀਤਾ। ਪੰਜਾਬ ਨੇ ਹਮੇਸ਼ਾ ਪੱਖਪਾਤ ਤੋਂ ਉੱਪਰ ਹੋ ਕੇ, ਜਾਤ-ਪਾਤ ਤੋਂ ਉੱਪਰ ਹੋ ਕੇ ਲੜਾਈ ਲੜੀ ਹੈ, ਔਰ ਹਰ ਸੰਘਰਸ਼ ਦੇ ਵਿੱਚ ਹਰ ਪੰਜਾਬੀ ਦਾ ਵੱਡਾ ਯੋਗਦਾਨ ਰਿਹਾ ਹੈ। ਬੀਜੇਪੀ ਨੂੰ ਐਸੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਸਾਰਾ ਪੰਜਾਬ ਇਕੱਠਾ ਹੈ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ ਹੈ, ਚਾਹੇ ਈਸਾਈ ਹੈ। ਅਸੀਂ ਸਾਰੇ ਲੋਕ ਇਕੱਠੇ ਹੋ ਕੇ ਇਸ ਗੱਲ ਦੇ ਉੱਪਰ ਆਪਣੀ ਸੂਬੇ ਤੇ ਪਹਿਰਾ ਦਿੰਦੇ ਹਾਂ। ਇਟਸ ਅ ਵੈਰੀ ਸੈਡ ਇਨਸੀਡੈਂਟ। ਇਹੋ ਜਿਹੇ ਇਨਸੀਡੈਂਟਸ ਨਹੀਂ ਹੋਣੇ ਚਾਹੀਦੇ। ਅਸੀਂ ਜਿੱਥੇ ਤੱਕ ਕਿਸਾਨ ਸੰਘਰਸ਼ ਦੇ ਵਿੱਚ ਸਾਰੇ ਲੋਕ, ਸਾਰੇ ਪੰਜਾਬ ਦਾ ਹਰ ਇੱਕ ਸਾਥੀ ਇਕੱਠੇ ਹੋ ਕੇ ਖੜਾ ਹੈ। ਕਿਸਾਨੀ ਸੰਘਰਸ਼ ਆਇਆ, ਸਾਰਾ ਪੰਜਾਬ ਇਕੱਠਾ ਹੋ ਕੇ ਖੜਾ ਹੋ ਗਿਆ ਕਿਸਾਨ ਦੇ ਮਗਰ ਤੇ ਗਰੀਬ ਦੇ ਮਗਰ। ਇਸ ਕਰਕੇ ਖੜਾ ਹੋਇਆ ਹੈ ਕਿ ਸਾਡੀ ਆਰਥਿਕਤਾ ਕਮਜ਼ੋਰ ਕਰਨ ਦੀ ਗੱਲ ਹੋ ਰਹੀ ਹੈ। ਇਹ ਉਹੀ ਕਿਸਾਨ ਹੈ ਜਿਹਨੇ ਹਮੇਸ਼ਾ ਆਪਣਾ ਪੇਟ ਭੁੱਖਾ ਰੱਖ ਕੇ ਪੂਰੇ ਦੇਸ਼ ਦਾ ਪੇਟ ਭਰਨ ਦਾ ਕੰਮ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 351ਵੀਂ ਵਰ੍ਹੇਗੰਢ ਦੇ ਉੱਪਰ ਅੱਜ ਪੰਜਾਬ ਸਰਕਾਰ ਵੱਲੋਂ ਇੱਥੇ ਨਵਾਂ ਬੁੱਤ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਲਗਾਇਆ ਗਿਆ, ਕਾਂਸੇ ਦਾ ਬੁੱਤ। ਔਰ ਆਪਾਂ ਸਭ ਨੂੰ ਪਤਾ ਹੈ ਉਹਨਾਂ ਦੇ ਸੋਚ ਬਾਰੇ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮੁਗਲ ਰਾਜ ਦੇ ਖਿਲਾਫ ਲੜਾਈ ਲੜੀ, ਕਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਆਪਣੇ ਫੈਸਲੇ ਦੇ ਉੱਪਰ ਦ੍ਰਿੜਤਾ ਦੇ ਨਾਲ ਖੜੇ ਰਹੇ, ਕਿਸ ਤਰੀਕੇ ਨਾਲ ਉਹਨਾਂ ਨੇ ਕਾਸ਼ਤਕਾਰਾਂ ਨੂੰ ਜ਼ਮੀਨ ਦੇਣ ਵਾਸਤੇ ਇੱਕ ਬੀੜਾ ਚੱਕਿਆ, ਔਰ ਕਿ ਦੂਜੇ ਪਾਸੇ ਅੱਜ ਬੀਜੇਪੀ ਦੀ ਮੋਦੀ ਸਰਕਾਰ ਜਿਹੜੀ ਹੈਗੀ ਉਹ ਅੱਜ 3 ਕਾਲੇ ਕਾਨੂੰਨ ਲੈ ਕੇ ਆ ਕੇ ਅੱਜ ਆਪਣੇ ਛੋਟੇ ਕਿਸਾਨੀ ਦੇ ਕੋਲ ਜੋ ਜ਼ਮੀਨ ਹੈ ਉਹਨਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੋ ਜੋ ਸੋਚ 1708 ਤੋਂ ਲੈ ਕੇ ਅੱਜ ਤੱਕ ਚੱਲੀ ਆਉਂਦੀ ਸੀ, ਉਸ ਨੂੰ ਦਾ ਘਾਣ ਕਰਨ ਵਾਸਤੇ ਬੀਜੇਪੀ ਦੀ ਮੋਦੀ ਸਰਕਾਰ ਨੇ ਕੰਮ ਕੀਤਾ। ਔਰ ਮੈਂ ਸਮਝਦਾ ਕਿ ਆਪਾਂ ਸਾਰਿਆਂ ਨੂੰ ਜਦੋਂ ਵੀ ਐਸੇ ਸ਼ਹੀਦਾਂ ਦੇ ਸਮਾਰਕ ਬਣਾਉਣ ਦੀ ਗੱਲ ਆਉਂਦੀ ਹੈ ਜਾਂ ਸ਼ਹੀਦਾਂ ਦੀਆਂ ਯਾਦਾਂ ਨੂੰ ਬਰਕਰਾਰ ਕਰਨ ਦੀ ਗੱਲ ਆਉਂਦੀ ਹੈ, ਇਸ ਦੇ ਨਾਲ ਇਹ ਸਾਡੇ ਨੌਜਵਾਨ ਪੀੜ੍ਹੀ ਵਾਸਤੇ, ਸਾਡੇ ਆਉਣ ਵਾਲੇ ਬੱਚਿਆਂ ਵਾਸਤੇ ਇੱਕ ਚਾਨਣ ਮੁਨਾਰਾ ਹੁੰਦੀ ਹੈ, ਔਰ ਉਹਨਾਂ ਵਾਸਤੇ ਇੱਕ ਸੇਧ ਦਾ ਇਲਾਕਾ ਹੁੰਦੀ ਹੈ। ਔਰ ਸਾਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਪਰ ਕੰਮ ਕਰਨਾ ਚਾਹੀਦਾ ਹੈ। ਔਰ ਕਾਂਗਰਸ ਪਾਰਟੀ ਨੇ ਹਮੇਸ਼ਾ, ਜਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ, ਉਹਨਾਂ ਨੇ ਹਮੇਸ਼ਾ ਸ਼ਹੀਦਾਂ ਦੇ ਸਮਾਰਕਾਂ ਨੂੰ ਬਰਕਰਾਰ ਕਰਨ ਵਾਸਤੇ ਕੰਮ ਕੀਤਾ ਹੈ। ਚਾਹੇ ਉਹ 2002 ਤੋਂ 7 ਦੀ ਸਰਕਾਰ ਹੋਵੇ, ਔਰ ਚਾਹੇ 2017 ਤੋਂ ਲੈ ਕੇ ਹੁਣ 22 ਦੀ ਸਰਕਾਰ ਹੋਵੇ, ਹਮੇਸ਼ਾ ਇਸ ਏਰੀਏ ਨੂੰ ਪ੍ਰਾਈਮ ਫੋਕਸ ਤੇ ਰੱਖਿਆ ਤਾਂ ਕਿ ਸਾਡੇ ਬੱਚੇ, ਸਾਡੇ ਸੂਬੇ ਦੇ ਨੌਜਵਾਨ, ਉਹ ਲੋਕ ਜਿਹੜੇ ਆਉਣ ਵਾਲੇ ਸਮੇਂ 'ਚ ਇਸ ਭਵਿੱਖ ਵਿੱਚ ਇਸ ਬੜੇ ਗੁਰੂ ਸਾਹਿਬ ਦੀ ਤੇ ਬੜੇ ਲੋਕ ਜਿਨ੍ਹਾਂ ਦੀਆਂ ਵੱਡੀਆਂ ਕੁਰਬਾਨੀਆਂ ਰਹੀਆਂ, ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਨਿਰਧਾਰ ਕਰ ਸਕਣ ਔਰ ਉਸ ਪੈਰੇ ਦੇ ਉੱਪਰ ਚੱਲ ਸਕਣ। ਨਹੀਂ, ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਭਾਰਤ ਸਰਕਾਰ ਹੈ, ਉਸ ਜਿਹੜੀਆਂ ਸਟੇਟ ਦੇ ਰਾਈਟਸ ਹੁੰਦੇ ਆ ਉਹਦੇ 'ਚ ਇਨਫਿਲਟਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਮੇਸ਼ਾ ਮੋਦੀ ਸਰਕਾਰ ਨੇ, ਬੀਜੇਪੀ ਦੀ ਸਰਕਾਰ ਨੇ, ਜਿਹੜੇ ਸੂਬਿਆਂ ਵਿੱਚ ਕਾਂਗਰਸ ਪਾਰਟੀ ਦੇ ਰਾਜ ਨਹੀਂ ਹੁੰਦੇ ਜਾਂ ਬੀਜੇਪੀ ਦੇ ਰਾਜ ਨਹੀਂ ਹੁੰਦੇ, ਬੇਸਿਕਲੀ ਉਹ ਵਾਲੇ ਪਾਰਟੀਆਂ, ਉਹ ਵਾਲੇ ਸੂਬਿਆਂ ਦੇ ਵਿੱਚ ਹਮੇਸ਼ਾ ਇਨਫਿਲਟ੍ਰੇਸ਼ਨ ਆਫ ਰਾਈਟਸ ਕੀਤੀ ਹੈ, ਜਾਂ ਜਿਹੜੇ ਸਰਕਾਰਾਂ ਦੇ, ਸੂਬੇ ਦੀ ਸਰਕਾਰਾਂ ਦੇ ਦੀਆਂ ਤਾਕਤਾਂ ਹੁੰਦੀਆਂ ਉਹਦੇ ਵਿੱਚ ਇਨਫਿਲਟਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਮੈਂ ਸਮਝਦਾ ਕਿ ਪੰਜਾਬ ਨੇ ਹਮੇਸ਼ਾ ਪੱਖਪਾਤ ਤੋਂ ਉੱਪਰ ਹੋ ਕੇ, ਜਾਤ-ਪਾਤ ਤੋਂ ਉੱਪਰ ਹੋ ਕੇ ਲੜਾਈ ਲੜੀ ਹੈ, ਔਰ ਹਰ ਸੰਘਰਸ਼ ਦੇ ਵਿੱਚ ਹਰ ਪੰਜਾਬੀ ਦਾ ਵੱਡਾ ਯੋਗਦਾਨ ਰਿਹਾ ਹੈ। ਤਾਂ ਮੈਂ ਸਮਝਦਾ ਕਿ ਬੀਜੇਪੀ ਨੂੰ ਐਸੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਸਾਰਾ ਪੰਜਾਬ ਇਕੱਠਾ ਹੈ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ ਹੈ, ਚਾਹੇ ਈਸਾਈ ਹੈ। ਅਸੀਂ ਸਾਰੇ ਲੋਕ ਇਕੱਠੇ ਹੋ ਕੇ ਇਸ ਗੱਲ ਦੇ ਉੱਪਰ ਆਪਣੀ ਸੂਬੇ ਤੇ ਪਹਿਰਾ ਦਿੰਦੇ ਹਾਂ। ਔਰ ਪੰਜਾਬ ਪੁਲਿਸ ਨੇ ਹਮੇਸ਼ਾ ਚੰਗਾ ਕੰਮ ਪਹਿਲਾਂ ਵੀ ਕੀਤਾ ਤੇ ਹੁਣ ਵੀ ਕਰ ਰਹੀ ਹੈ। ਔਰ ਜਿੱਥੇ ਤੱਕ ਸੈਂਟਰਲ ਪੈਰਾਮਿਲਟਰੀ ਫੋਰਸਿਸ ਹੈ, ਦੇ ਹੈਵ ਬੀਨ ਗਾਰਡਿੰਗ ਦ ਬਾਰਡਰਸ ਐਂਡ ਦੇ ਹੈਵ ਬੀਨ ਡੂਇੰਗ ਅ ਗੁੱਡ ਜੌਬ ਐਟ ਦ ਬਾਰਡਰਸ। ਦੇ ਨੀਡ ਟੂ ਸਟਰੈਂਥਨ ਦ ਬਾਰਡਰਸ। ਅਗਰ ਅੱਜ ਬਾਰਡਰਸ ਦੇ ਉੱਪਰ ਇਨਫਿਲਟ੍ਰੇਸ਼ਨ ਹੋ ਰਹੀ ਹੈ ਤਾਂ ਮੈਂ ਸਮਝਦਾ ਕਿ ਬਾਰਡਰਸ ਨੂੰ ਹੋਰ ਸਟਰੈਂਥਨ ਕਰਨ ਦੀ ਲੋੜ ਹੈ, ਜਿਹੜੀਆਂ ਕਿ ਆਲਰੇਡੀ ਸੈਂਟਰਲ ਪੈਰਾਮਿਲਟਰੀ ਫੋਰਸਿਸ ਕਰਦੀਆਂ। ਇਹ ਬੜੀ ਮਾੜੀ ਘਟਨਾ ਹੈ। ਇਟਸ ਅ ਵੈਰੀ ਸੈਡ ਇਨਸੀਡੈਂਟ। ਇਹੋ ਜਿਹੇ ਇਨਸੀਡੈਂਟਸ ਨਹੀਂ ਹੋਣੇ ਚਾਹੀਦੇ। ਅਸੀਂ ਜਿੱਥੇ ਤੱਕ ਕਿਸਾਨ ਸੰਘਰਸ਼ ਦੇ ਵਿੱਚ ਸਾਰੇ ਲੋਕ, ਸਾਰੇ ਪੰਜਾਬ ਦਾ ਹਰ ਇੱਕ ਸਾਥੀ ਇਕੱਠੇ ਹੋ ਕੇ ਖੜਾ ਹੈ, ਉੱਥੇ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਕਿ ਐਸੇ ਇਨਸੀਡੈਂਟਸ ਨਹੀਂ ਹੋਣੇ ਚਾਹੀਦੇ। ਥੀਸ ਆਰ ਨਾਟ ਗੁੱਡ ਫॉर द ਸੋਸਾਇਟੀ। ਜਿਹੜੀ BSF ਦਾ ਤੇ ਬਾਦਲ ਸਾਹਿਬ ਨੇ ਇੱਕ ਅਪੀਲ ਕੀਤੀ ਹੈ ਵੀ ਸਾਰੀਆਂ ਪਾਰਟੀਆਂ ਨੂੰ ਯੂਨਾਈਟ ਹੋਣ ਦੀ,
How will you react to ਸੋ that? ਆਈ ਥਿੰਕ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਐਵਰੀਬਾਡੀ ਇਜ਼ ਯੂਨਾਈਟਿਡ। ਜਦੋਂ ਪੰਜਾਬ ਦੇ ਰਾਈਟਸ ਦੀ ਗੱਲ ਆਉਂਦੀ ਹੈ, ਪੰਜਾਬ ਦੇ ਲੋਕਾਂ ਦੀ ਗੱਲ ਆਉਂਦੀ ਹੈ, ਪੰਜਾਬ ਐਜ਼ ਅ ਸਟੇਟ ਗੱਲ ਆਉਂਦੀ ਹੈ, ਐਵਰੀ ਟਾਈਮ ਮੈਂ ਪਹਿਲਾਂ ਕਿਹਾ ਹੈ ਕਿ ਪੰਜਾਬ ਹੈਜ਼ ਆਲਵੇਜ਼ ਫੌਟ ਐਵਰੀਥਿੰਗ ਟੁਗੇਦਰ। ਚਾਹੇ ਅੱਜ ਕਿਸਾਨੀ ਸੰਘਰਸ਼ ਆਇਆ, ਸਾਰਾ ਪੰਜਾਬ ਇਕੱਠਾ ਹੋ ਕੇ ਖੜਾ ਹੋ ਗਿਆ ਕਿਸਾਨ ਦੇ ਮਗਰ ਤੇ ਗਰੀਬ ਦੇ ਮਗਰ, ਇਸ ਕਰਕੇ ਖੜਾ ਹੋਇਆ ਹੈ ਕਿ ਸਾਡੀ ਆਰਥਿਕਤਾ ਕਮਜ਼ੋਰ ਕਰਨ ਦੀ ਗੱਲ ਹੋ ਰਹੀ ਹੈ। ਇਹ ਉਹੀ ਕਿਸਾਨ ਹੈ ਜਿਨੇ ਹਮੇਸ਼ਾ ਆਪਣਾ ਪੇਟ ਭੁੱਖਾ ਰੱਖ ਕੇ ਪੂਰੇ ਦੇਸ਼ ਦਾ ਪੇਟ ਭਰਨ ਦਾ ਕੰਮ ਕੀਤਾ। ਤੋ ਇਸ ਕਰਕੇ ਪੰਜਾਬ ਫਰੀडम ਮੂਵਮੈਂਟ ਆਈ ਤਾਂ ਪੰਜਾਬ ਨੇ ਇਕੱਠੇ ਹੋ ਕੇ ਸਭ ਤੋਂ ਵੱਧ ਜਾਨਾਂ ਗਵਾਈਆਂ ਤੇ ਇਕੱਠੇ ਹੋ ਕੇ ਲੜਾਈ ਲੜੀ। ਅੱਤਵਾਦ ਦਾ ਵਕਤ ਆਇਆ ਤਾਂ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਲੜਾਈ ਲੜੀ। ਤੇ ਅੱਜ ਅਗਰ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਇਨਫਿਲਟਰੇਟ ਕਰਨ ਦੀ ਗੱਲ ਕਰ ਰਹੀ ਹੈ ਤੇ ਅਸੀਂ ਸਾਰੇ ਇਕੱਠੇ ਹੋ ਕੇ ਆਲਰੇਡੀ ਕੰਮ ਕਰ ਰਹੇ ਹਾਂ। ਔਰ ਇਫ ਬਾਦਲ ਸਾਹਿਬ ਨੇ ਕਿ ਇਟਸ ਅ ਵੈਲਕਮ ਸਟੈਪ। So being in a power, will the Congress lead the delegations of all parties? No, obviously it is always the prerogative or it is always the responsibility of the person who's heading the state and the party who's heading the state. So obviously whenever such demands come from other political parties to lead a delegation or to fight for a cause for Punjab together, we will be always leading it. Everybody is welcome for such a step.